ਉਹਨੂੰ ਹੋਰ ਗਤੀ ਦੇਣ ਵਾਸਤੇ, ਹੋਰ ਰਫਤਾਰ ਦੇਣ ਵਾਸਤੇ ਜਿਹੜਾ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ। और अज मैं इस गल की बड़ी खुशी है कि अज आप इत्थे जिस जगह पर बैठे हैं इसी जगह पर लगभग 1.5 करोड़ रुपए की लागत नाल नवा शहर अपना राहों का जिहड़ा नवा कमेटी घर बनाने जा रहे हैं, जिहदे नाल मैं समझदा कि आने वाले समय च राहों के शहर वासियों को बहुत बड़ी सहूलत मिलेगी। कारण यह है कि जिथे पर्दा लगे स्टेज का ਇਹਦੇ ਮਗਰਲੇ ਪਾਸੇ ਸਾਂਝ ਕੇਂਦਰ ਤੁਹਾਡੀ ਸਾਹਿਬ ਇਹ ਪਿਛਲੀ ਸਰਕਾਰ ਨੇ ਬਣਾਇਆ ਸੀ ਸਰ। ਔਰ ਇਹ ਰਾਹੋਂ ਸ਼ਹਿਰ ਦੀ ਬਾਤ ਰਾਹੋਂ ਸ਼ਹਿਰ ਵਿਖੇ ਜਿਹੜਾ ਕਿ ਲੰਬੇ ਸਮੇਂ ਤੋਂ ਰਾਹੋਂ ਸ਼ਹਿਰ ਦੀ ਇਲਾਕਾ ਨਿਵਾਸੀਆਂ ਦੀ ਜਿਹੜੀ ਇੱਕ ਮੈਂ ਸਮਝਦਾ ਪ੍ਰਮੁੱਖ ਮੰਗ ਸੀਗੀ, ਉਹਨੂੰ ਪੂਰਾ ਕਰਨ ਵਾਸਤੇ ਸਾਡੇ ਸਤਿਕਾਰਯੋਗ MP ਸਾਹਿਬ ਮਨੀਸ਼ ਤਿਵਾੜੀ ਜੀ ਸਾਡੇ ਵਿੱਚ ਆਏ ਆ। ਜਿਹੜਾ ਨਵਾਂ ਸ਼ਹਿਰ ਰਾਹੋਂ ਦਾ ਜਿਹੜਾ ਨਗਰ ਕੌਂਸਲ ਦੀ ਜਿਹੜਾ ਬਿਲਡਿੰਗ ਆ ਉਹ ਐਗਜ਼ਿਸਟਿੰਗ ਕਹਿਣ ਨੂੰ ਬਿਲਡਿੰਗ ਹੈ ਤਾਂ 2-3 ਕਮਰੇ ਹੀ ਆ, ਉਹਨੂੰ ਇੱਕ ਨਵੇਂ ਸਿਰਿਓਂ ਵਧੀਆ ਢੰਗ ਨਾਲ ਇੱਕ ਪ੍ਰੋਪਰ ਕਮੇਟੀ ਘਰ ਬਣਾਉਣ ਵਾਸਤੇ 1.5 ਕਰੋੜ ਰੁਪਏ ਦੀ ਲਾਗਤ ਨਾਲ ਉਹਦਾ ਕੰਮ ਜਿਹੜਾ ਅੱਜ ਇੱਥੇ ਸ਼ਹਿਰ ਦੇ ਬਿਲਕੁਲ ਹਾਰਟ ਵਿੱਚ ਇੱਕ ਖੁੱਲੀ ਸੜਕ ਦੇ ਵਿੱਚ ਇਹਦੀ ਸ਼ੁਰੂਆਤ ਜਿਹੜੀ ਕਰਾਈ ਗਈ ਆ MP ਸਾਹਿਬ ਦੇ ਹੱਥੀਂ। ਇਹ ਜਿਹੜਾ ਪ੍ਰੋਜੈਕਟ ਆ ਲਗਭਗ ਅਗਲੇ 12 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਊਗਾ। ਜਾਨੂੰ ਵਿਧਾਨ ਸਭਾ ਦੇ ਇਲੈਕਸ਼ਨ ਆਣੀ ਹੈ, ਬਾਰੀ ਆਣੀ ਆ, ਇਹ ਜਿਹੜਾ ਕੰਮ ਬਿਲਕੁਲ ਨੇੜੇ ਪਹੁੰਚ ਚੁੱਕਿਆ ਹੋਊਗਾ, ਜਿਹਦੇ ਨਾਲ ਮੈਂ ਸਮਝਦਾ ਕਿ ਰਾਹੋਂ ਸ਼ਹਿਰ ਦੇ ਜਿਹੜੇ ਲੋਕ ਆ ਉਹਨਾਂ ਨੂੰ ਇੱਕ ਬਹੁਤ ਬੜੀ ਸਹੂਲਤ ਮਿਲੂਗੀ। ਜਿੱਥੇ ਉਹ ਨਗਰ ਕੌਂਸਲ ਵਿੱਚ ਆਪਣਾ ਕੰਮ ਕਰਾ ਕੇ ਜਾ ਸਕਦੇ, ਉੱਥੇ ਹੀ ਉਹ ਸਾਂਝ ਕੇਂਦਰ ਕਿਉਂਕਿ ਬਿਲਕੁਲ ਨਾਲ ਆ, ਉੱਥੋਂ ਵੀ ਆਪਣਾ ਜਿਹੜਾ ਕੰਮ ਕਰਾ ਸਕੋਗੇ। ਜਿਹੜਾ ਤੁਹਾਡਾ ਐਡਮਿਨਿਸਟ੍ਰੇਟਿਵ ਇੱਕ ਬਲਾਕ ਜਿਹੜਾ ਰਾਹੋਂ ਦਾ ਉਹ ਇਕੱਠਾ ਆ ਜਾਊਗਾ। ਇਸ ਤੋਂ ਇਲਾਵਾ ਜਿਹੜਾ ਤੁਹਾਡਾ ਰਾਹੋਂ ਸ਼ਹਿਰ ਦੀ ਬੜੇ ਲੰਬੇ ਸਮੇਂ ਤੋਂ ਮੰਗ ਰਹੀ ਸੀ, ਕਿਉਂਕਿ ਆਮ ਤੌਰ 'ਤੇ ਅਕਸਰ ਦੇਖਣ ਨੂੰ ਮਿਲਦਾ ਸੀ ਕਿ ਗਰਮੀਆਂ ਵਿੱਚ ਜਦ ਗਰਮੀ ਪੂਰੀ ਜ਼ਿਆਦਾ ਹੋ ਜਾਂਦੀ ਸੀ, ਲੋਕਾਂ ਦੀ ਕਈ ਵਾਰੀ ਫਸਲਾਂ ਨੂੰ ਅੱਗ ਲੱਗ ਜਾਂਦੀ ਸੀ, ਕਣਕ ਨੂੰ ਅੱਗ ਲੱਗ ਜਾਂਦੀ ਸੀ, ਕੋਈ ਇੱਦਾਂ ਦਾ ਅਨਫੋਰਚੂਨੇਟ ਇੰਸੀਡੈਂਟ ਹੁੰਦਾ ਸੀ ਕਿ ਸ਼ਹਿਰ 'ਚ ਕਿਸੇ ਦੇ ਘਰ ਜਾਂ ਦੁਕਾਨ ਨੂੰ ਅੱਗ ਲੱਗ ਗਈ ਤਾਂ ਨਵੇਂ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਮੰਗਾਈ ਜਾਂਦੀ ਸੀ। ਉਸ ਗੱਲ ਨੂੰ ਵੀ ਅੱਜ ਦੂਰ ਕਰਨ ਵਾਸਤੇ ਜਿਹੜਾ ਇਹ ਆਪਾਂ ਪ੍ਰਬੰਧ ਕੀਤਾ। ਇਹ ਜਿੱਥੇ ਕਮੇਟੀ ਘਰ ਬਣਨਾ ਇੱਥੇ ਆਲਰੇਡੀ ਇੱਕ ਸਰਕਾਰੀ ਬੋਰ ਹੋ ਚੁੱਕਿਆ, ਇੱਥੇ ਹੀ ਆਪਾਂ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਪੱਕੀ ਸ਼ੈੱਡ ਪਾ ਕੇ ਖੜੀ ਕਰ ਦੇਣੀ ਆ, ਜਿਹਦੇ ਨਾਲ ਰਾਹੋਂ ਦੀ ਆਪਣੀ ਇੱਕ ਪ੍ਰੋਪਰ ਫਾਇਰ ਬ੍ਰਿਗੇਡ ਜਿਹੜੀ ਬਣ ਜਾਊਗੀ। ਔਰ ਇਸ ਤੋਂ ਇਲਾਵਾ ਜਿਹੜੀ ਸ਼ਹਿਰ ਦੀ ਇੱਕ ਮੁੱਖ ਮੰਗ ਸੀਗੀ ਕਿ ਜਿੱਥੇ ਪੁਰਾਣਾ ਥਾਣਾ ਉੱਥੇ ਜਿਹੜੀ ਚੌਂਕੀ ਬਣਾਈ ਜਾਵੇ, ਉਹ ਵੀ ਜਿਹੜਾ ਹੈ ਕੰਮ ਛੇਤੀ ਅਗਲੇ ਕੁਝ ਦਿਨਾਂ ਵਿੱਚ ਜਿਹੜਾ ਮੁਕੰਮਲ ਕੀਤਾ ਜਾਊਗਾ। ਸੋ ਇਸ ਸੰਬੰਧ ਵਿੱਚ ਅੱਜ MP ਸਾਹਿਬ ਸਾਡੇ ਇੱਥੇ ਰਾਹੋਂ ਸ਼ਹਿਰ ਵਿੱਚ ਆਏ ਆ। ਔਰ ਇਸ ਤੋਂ ਇਲਾਵਾ ਜਿਹੜੀ ਵੱਖ-ਵੱਖ ਗਲੀਆਂ ਨਾਲੀਆਂ ਦਾ ਕੰਮ ਆ ਲਗਭਗ 4 ਕਰੋੜ ਰੁਪਏ ਦੀ ਲਾਗਤ ਨਾਲ ਪਿਛਲੇ 1 ਸਾਲ ਦੇ ਵਿੱਚ ਜਿਹੜਾ ਰਾਹੋਂ ਕਮੇਟੀ ਵਿੱਚ ਵੱਖ-ਵੱਖ ਜਿਹੜਾ ਡਿਵੈਲਪਮੈਂਟ ਦੇ ਕੰਮ ਆਪਾਂ ਕਰਾਏ ਆ। ਔਰ ਆਉਣ ਵਾਲੇ ਸਮੇਂ 'ਚ ਸਾਨੂੰ ਉਮੀਦ ਆ ਕਿ ਜਿਵੇਂ ਲੋਕਾਂ ਦਾ ਪਿਆਰ ਸਾਨੂੰ ਪਹਿਲਾਂ ਮਿਲਦਾ ਆਇਆ ਅੱਗੇ ਵੀ ਮਿਲੂਗਾ ਔਰ ਆਪਾਂ ਹੋਰ ਵੱਧ ਚੜ੍ਹ ਕੇ ਸੇਵਾ 'ਚ ਹਾਜ਼ਰ ਰਵਾਂਗੇ। ਤੁਹਾਡੇ ਕੋਈ ਸਵਾਲ ਹੋਵੇ ਤਾਂ ਪੁੱਛ ਲਓ, ਬਾਕੀ ਤਾਂ ਸਾਰਾ ਹੋਈ ਹੈ। ਕੇਂਦਰ ਸਰਕਾਰ ਵਿਰੁੱਧ ਤੁਹਾਡੀ ਕੀ ਰਣਨੀਤੀ, ਕਾਂਗਰਸ ਪਾਰਟੀ ਦੀ ਕੀ ਰਣਨੀਤੀ? ਦੇਖੋ, ਕਾਂਗਰਸ ਪਾਰਟੀ ਤਾਂ ਇਹ ਜਿਹੜੇ ਤਿੰਨੇ ਕਾਨੂੰਨ ਨੇ ਇਹਨਾਂ ਦੇ ਖਿਲਾਫ ਹੈ ਔਰ ਅਸੀਂ ਕਿਸਾਨਾਂ ਦੇ ਬਿਲਕੁਲ ਨਾਲ। ਸਾਡੀ ਰਣਨੀਤੀ ਬਿਲਕੁਲ ਸਾਫ਼ ਹੈਗੀ ਹੈ। ਅਸੀਂ ਇਹਨਾਂ ਕਾਨੂੰਨਾਂ ਦਾ ਵਿਰੋਧ ਲੋਕ ਸਭਾ 'ਚ ਵੀ ਕੀਤਾ ਸੀਗਾ, ਰਾਜ ਸਭਾ 'ਚ ਵੀ ਕੀਤਾ ਸੀ, ਜਿੱਥੇ ਗੈਰ ਸੰਵਿਧਾਨਿਕ ਤਰੀਕੇ ਨਾਲ ਇਹਨਾਂ ਨੂੰ ਪਾਰਿਤ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਕੋਲ ਇਹਨਾਂ ਦੇ ਕਾਨੂੰਨ ਗਏ ਸੀਗੇ ਦਸਤਖਤ ਹੋਣ ਵਾਸਤੇ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਨੁਮਾਈ 'ਚ ਅਸੀਂ ਸਾਰਿਆਂ ਨੇ ਧਰਨਾ ਲਾਇਆ ਸੀਗਾ, MLAs MPs ਨੇ ਜੰਤਰ ਮੰਤਰ ਤੇ ਦਿੱਲੀ। ਔਰ ਹੁਣ ਵੀ ਅਸੀਂ ਇਹ ਜਦੋਂ ਸੰਸਦ ਦਾ ਸਦਰ ਖੁੱਲ੍ਹੇਗਾ ਪੂਰੇ ਜ਼ੋਰ ਨਾਲ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਾਂਗੇ ਔਰ ਸਰਕਾਰ ਸਾਹਮਣੇ ਸਾਡੀ ਇੱਕੋ ਹੀ ਮੰਗ ਹੈਗੀ ਹੈ ਕਿ ਇਹ ਕਾਨੂੰਨ ਵਾਪਸ ਆ ਜਾਣ। ਇੱਕ ਸਰ ਸੁਪਰੀਮ ਕੋਰਟ ਦੇ ਵੱਲੋਂ ਅੱਜ ਇੱਕ ਝਾੜ ਪਈ ਹੈ ਸਰਕਾਰ ਨੂੰ, ਕੀ ਕਹੋਗੇ ਇਹਦੇ ਉੱਤੇ? देखो इतना है कि सुप्रीम कोर्ट ने एग्जैक्टली की किया हैगा, मैनू ये बारे जानकारी नहीं है क्योंकि जो मैं बोल रहा सी शायद उसी टाइम फैसला आया सेगा। पर जरूर साडा ये मनना है कि सुप्रीम कोर्ट नूं इहदे विच इंटरवीन करना चाहिए, सुप्रीम कोर्ट नूं इन्हां कानूनां नूं स्टे करना चाहिए हैगा। और क्योंकि सरकार तां किसानां नूं घसा रही है, सरकार दी मंशा कि बिल्कुल कानून वापस लैण दी नहीं है, ये तां अपना समा लंघाउण दी कोशिश कर रहे हैं कि बई जे जिन्ना समा पै जे किसान थक के अपने वापस चल जाण। इन्हां दी कोई मंशा नहीं है कि ये कानून वापस लैण, क्योंकि
ਸਭ ਤੋਂ ਬੁਨਿਆਦੀ ਗੱਲ ਇਹ ਹੈ ਕਿ ਇਹਨਾਂ ਨੇ ਮੁਲਕ ਦਾ ਦਿਵਾਲੀਆ ਕੱਢ ਦਿੱਤਾ। ਪਿਛਲੇ 4 ਵਰ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਅਰਥ ਵਿਵਸਥਾ ਬੈਠੀ ਹੈ ਨੋਟਬੰਦੀ ਤੋਂ ਬਾਅਦ, ਉਹਦਾ ਸਿੱਧਾ ਪਰਿਣਾਮ ਇਹ ਹੈ ਕਿ ਇਹ ਕਾਲੇ ਕਾਨੂੰਨ ਲੈ ਕੇ ਆਏ। ਕਿਉਂਕਿ ਇਹਨਾਂ ਕੋਲ ਜਿਵੇਂ ਜਦੋਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀਗੀ, ਅਸੀਂ ਸਰਕਾਰੀ ਖਰੀਦ ਵਾਸਤੇ ਪੂਰਾ ਪੈਸਾ ਆਪਣੇ ਯੂਨੀਅਨ ਬਜਟ ਤੋਂ ਦਿੰਦੇ ਸੀ। ਜਦ ਦੀ ਇਹਨਾਂ ਦੀ ਸਰਕਾਰ ਬਣੀ, ਇਹਨਾਂ ਨੇ FCI ਨੂੰ ਮਜਬੂਰ ਕੀਤਾ ਕਿ ਤੁਸੀਂ ਮਾਰਕੀਟ ਤੋਂ ਕਰਜ਼ਾ ਲਓ। ਅੱਜ 4.5 ਲੱਖ ਕਰੋੜ ਰੁਪਇਆ FCI ਦੇ ਸਿਰ ਤੇ ਕਰਜ਼ਾ ਹੈ। ਤੋ ਇਸ ਲਈ ਇਹ ਜਿਹੜੀ ਸਰਕਾਰ ਹੈ ਇਹਨੇ ਪੂਰੀ ਤਰ੍ਹਾਂ ਇਸ ਮੁਲਕ ਨੂੰ ਮਿਸਮੈਨੇਜ ਕੀਤਾ ਹੈਗਾ। COVID-19 ਨੂੰ ਦੇ ਖਿਲਾਫ ਲੜਨ ਦੀ ਜਗ੍ਹਾ ਇਹਨਾਂ ਨੇ ਕਿਸਾਨਾਂ ਦੇ ਹੱਕਾਂ ਦੇ ਉੱਪਰ ਹੀ ਹਮਲਾ ਕਰਤਾ ਹੈ। ਸੋ ਇਸ ਲਈ ਕੁੱਲ ਮਿਲਾकर ਜਦ ਤੱਕ ਇਹ ਸਰਕਾਰ ਜਾਂਦੀ ਨਹੀਂ ਹੈ ਉਹ ਤਦ ਤੱਕ ਇਸ ਮੁਲਕ ਦੇ ਲੋਕਾਂ ਨੂੰ ਉਹ ਜਿਹੜੀ ਇੱਕ ਸੁੱਖ ਦਾ ਸਾਹ ਹੈ ਉਹ ਨਹੀਂ ਆਊਗਾ। ਪਰ ਜਿੱਥੇ ਤੱਕ ਇਹ ਕਾਨੂੰਨਾਂ ਦਾ ਸਵਾਲ ਹੈ, ਮੈਂ ਸੁਪਰੀਮ ਕੋਰਟ ਨੂੰ ਤੁਹਾਡੇ ਮਾਰਫਤ ਇਹ ਬੇਨਤੀ ਕਰਨਾ ਚਾਹੁੰਦਾ ਹੈ ਕਿ ਇਹਦੇ ਵਿੱਚ ਦਖਲ ਅੰਦਾਜ਼ੀ ਕਰਕੇ ਤੁਸੀਂ ਇਹਨਾਂ ਕਾਨੂੰਨਾਂ ਨੂੰ ਸਟੇ ਕਰੋ ਔਰ ਉਸ ਤੋਂ ਬਾਅਦ ਇਹਨਾਂ ਕਾਨੂੰਨਾਂ ਦੀ ਸੰਵਿਧਾਨਿਕਤਾ 'ਤੇ ਕਾਰਵਾਈ ਕਰੋ। ਸਰ, ਜਿਸ ਤਰ੍ਹਾਂ ਕਿਸਾਨ ਜਿਹੜੇ ਪੰਜਾਬ ਦੇ 26 ਤਰੀਕ ਦੇ ਤਿਆਰੀ ਵੱਢ ਰਹੇ ਆ, ਜਿਹੜੀ ਕਾਂਗਰਸ ਪਾਰਟੀ ਆ ਉਹਦਾ ਕੀ ਉਪਰਾਲਾ ਆ ਉੱਥੇ ਵਿਰੋਧ ਲਈ? ਦੇਖੋ ਇੱਦਾਂ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਨਹੀਂ ਚਾਹੁੰਦੀਆਂ ਸੀਗੀਆਂ ਕਿ ਕੋਈ ਸਿਆਸੀ ਲੀਡਰ ਉੱਥੇ ਆਵੇ। ਉਹ ਨਹੀਂ ਚਾਹੁੰਦੇ ਸੀਗੇ ਕਿ ਬਈ ਸਾਡਾ ਇੱਦਾਂ ਲੱਗੇ ਕਿ ਬਈ ਕੋਈ ਸਿਆਸੀ ਪਾਰਟੀ ਦੇ ਮੋਹਰੀ ਬਣ ਕੇ ਅਸੀਂ ਇਸ ਅੰਦੋਲਨ ਨੂੰ ਕਰ ਰਹੇ। ਅਸੀਂ ਉਹਨਾਂ ਦੀ ਗੱਲ ਤੇ ਫੁੱਲ ਚੜਾਇਆ। ਅਸੀਂ ਕੋਈ ਉੱਤੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ। ਪਰ ਹੁਣ ਮੈਂ ਉਹਨਾਂ ਜਥੇਬੰਦੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਰਫਤ ਕਿ ਸਮਾਂ ਆ ਗਿਆ ਹੈਗਾ ਕਿ ਜਿੰਨੀ ਬਾਕੀ ਜਥੇਬੰਦੀਆਂ ਨੇ, ਚਾਹੇ ਉਹ ਕਿਸਾਨਾਂ ਦੀਆਂ ਹੋਣ, ਮਜ਼ਦੂਰਾਂ ਦੀਆਂ ਹੋਣ, ਰਾਜਨੀਤਿਕ ਪਾਰਟੀਆਂ ਹੋਣ, ਸਾਰੇ ਜਿਹੜੇ ਇਸ ਕਾਨੂੰਨ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਇਕਮੁੱਠ ਹੋ ਕੇ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ। ਸਰ, ਜਿਸ ਤਰ੍ਹਾਂ ਰੋਡ ਦੇ ਉੱਪਰ ਕਿਸਾਨ ਇਸ ਵੇਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ, ਪਿਛਲੇ ਦਿਨੀ ਤੁਸੀਂ ਸੁਣਿਆ ਵੀ ਆ ਤੇ ਜੈਣੀ ਸਾਹਿਬ ਤੇ ਗਰੇਵਾਲ ਸਾਹਿਬ ਜਾ ਕੇ ਕਹਿੰਦੇ ਕਿ ਅਸੀਂ ਪਰਸਨਲ ਮੀਟਿੰਗ ਕਰਕੇ ਆਏ ਹਾਂ, ਤੇ ਇਹ ਲੋਕਾਂ ਦਾ ਮਜ਼ਾਕ ਨਹੀਂ ਲੱਗਿਆ ਤੁਹਾਨੂੰ? ਦੇਖੋ ਇੱਦਾਂ ਹੈ, ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਹੈ, ਇਹ ਜੈਨੀ ਜੂਨੀ ਦਾ ਕਿਸੇ ਗਿਣਤੀ 'ਚ ਨਹੀਂ ਆਉਂਦੇ ਹੈਗੇ। ਇਹਨਾਂ ਦਾ ਜਿਹੜਾ ਆਕਾ ਹੈਗਾ ਨਰਿੰਦਰ ਮੋਦੀ, ਉਹਦੀ ਜਿਹੜੀ ਮਨਸ਼ਾ ਹੈ ਉਹ ਮਨਸ਼ਾ ਕੁਝ ਹੋਰ ਹੈ। ਔਰ ਮਨਸ਼ਾ 2 ਕਾਰਨ 'ਚ ਹੈ। ਇੱਕ ਤਾਂ ਇਹਨਾਂ ਨੇ ਮੁਲਕ ਦਾ ਦਿਵਾਲੀਆ ਕੱਢਤਾ, ਜਿਵੇਂ ਮੈਨੂੰ ਤੁਹਾਨੂੰ ਕਿਹਾ ਹੈ ਕਿ ਜਦੋਂ ਅਸੀਂ ਸੀਗੇ ਅਸੀਂ ਪੂਰਾ ਪੈਸਾ ਦਿੰਦੇ ਸਰਕਾਰੀ ਖਰੀਦ ਵਾਸਤੇ, ਇਹ ਮਜਬੂਰ ਕਰਦੇ ਨੇ FCI ਨੂੰ ਕਰਜ਼ਾ ਲੈਣ ਵਾਸਤੇ। ਦੂਸਰਾ, ਇਹਨਾਂ ਨੇ ਸੋਚਿਆ ਕਿ ਨਾ ਬਾਂਸ ਰਹੇਗੀ ਨਾ ਬਜੇਗਾ ਬਾਂਸ, ਨਾ ਰਹੇਗੀ ਬਾਂਸਰੀ, ਇਹ ਬਈ ਸਰਕਾਰੀ ਖਰੀਦ ਵੀ ਖਤਮ ਕਰ ਦਿਓ, MSP ਨਹੀਂ ਦੇਣੀ ਪਊਗੀ। ਅੱਛਾ, ਜਿਹੜੇ ਫਿਰ ਦਾਣੇ ਸਰਕਾਰ ਖਰੀਦਦੀ ਸੀਗੀ ਔਰ ਕਿਫਾਇਤੀ ਦਾਮਾਂ ਤੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਤਹਿਤ ਜਿਹੜੇ ਇਸ ਮੁਲਕ ਦੀ 66% ਆਬਾਦੀ ਨੂੰ ਵੰਡੇ ਜਾਂਦੇ ਸੀ, ਉਹ ਵੀ ਵੰਡਣ ਦੀ ਲੋੜ ਨਹੀਂ ਪਊਗੀ। ਔਰ ਨਾਲ ਜਿਹੜੇ ਸਾਡੇ ਪੂੰਜੀਪਤੀ ਭਾਈਵਾਲ ਨੇ, ਜਿਨ੍ਹਾਂ ਨੇ ਹਜ਼ਾਰਾਂ ਕਰੋੜ ਖਰਚ ਕੇ ਸਾਡੀ ਸਰਕਾਰਾਂ ਬਣਵਾਈਆਂ ਨੇ, ਉਹਨਾਂ ਨੂੰ ਵੀ ਫਾਇਦਾ ਹੋ ਜਾਊਗਾ। ਸੋ ਇਹਨਾਂ ਦੀ ਕੋਈ ਮਨਸ਼ਾ ਨਹੀਂ ਹੈ ਕਾਨੂੰਨ ਵਾਪਸ ਲੈਣ ਦੀ। ਇੱਥੇ ਦੇ ਜਿਹੜੇ BJP ਦੇ ਲੀਡਰ ਨੇ ਪੰਜਾਬ ਦੇ, ਇਹ ਤਾਂ ਉਵੇਂ ਹੀ ਧੂੜ ਚੱਟੂ ਲੜਾਈ ਫਿਰਦੇ ਨੇ।